सत श्री अकाल जी सारिਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਸ਼ਬਦ ਜੋੜ ਦੇ ਨਾਲ ਰਿਲੇਟਡ ਇੱਕ ਇੰਪੋਰਟੈਂਟ ਥਿਊਰੀ ਲੈਕਚਰ। ਹਾਂਜੀ, ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਸੀ ਕਿ ਐਮਸੀਕਿਊ ਤਾਂ ਸਾਰੇ ਹੀ ਕਰਵਾ ਰਹੇ ਆ, ਜੇ ਕਰਵਾਉਣਾ ਹੈ ਤਾਂ ਥਿਊਰੀ ਲੈਕਚਰ ਕਰਵਾਓ। ਤਾਂ ਅੱਜ ਅਸੀਂ ਥਿਊਰੀ ਲੈਕਚਰ ਤੁਹਾਡੇ ਲਈ ਲੈ ਕੇ ਆਏ ਹਾਂ। ਹੋ ਸਕਦਾ ਹੈ ਕਿ ਐਮਸੀਕਿਊ ਦੇ ਵਿੱਚ ਤੁਹਾਨੂੰ ਕੁਝ ਨਾ ਸਮਝ ਆਇਆ ਹੋਵੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਵਾਲੇ ਹਾਂ ਸ਼ਬਦ ਜੋੜ ਦੇ ਕੁਝ ਇੰਪੋਰਟੈਂਟ ਨਿਯਮ। ਜਿਵੇਂ ਕਿ ਤੁਹਾਨੂੰ ਪਤਾ ਹੈ ਹਰੇਕ ਭਾਸ਼ਾ ਦੀਆਂ ਸ਼ੁੱਧੀਆਂ ਨੂੰ ਖਤਮ ਕਰਨ ਦੇ ਲਈ ਇੱਕ ਵਿਆਕਰਨ ਬਣਾਈ ਗਈ ਸੀ ਤੇ ਵਿਆਕਰਨ ਦੇ ਅੱਗੇ ਰੂਲ ਬਣੇ ਸੀ ਤੇ ਅੱਜ ਅਸੀਂ ਪੰਜਾਬੀ ਦੇ ਵਿਆਕਰਨ ਦੇ ਕੁਝ ਰੂਲ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਅਸੀਂ ਸ਼ਬਦਾਂ ਦੀਆਂ ਅਸ਼ੁੱਧੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ। ਦੇਖੋ, ਸ਼ਬਦ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਸ਼ਬਦ ਕੀ ਆ? ਸ਼ਬਦ ਕੀ ਆ? ਸਵਰ ਅਤੇ ਵਿਅੰਜਨਾਂ ਤੋਂ ਮਿਲ ਕੇ ਬਣਦੇ ਆ। ਸ਼ਬਦਾਂ ਦਾ ਤੇ ਉਚਾਰਨ ਅੱਖਰਾਂ ਦਾ ਸ਼ਬਦਾਂ ਦਾ ਤੇ ਉਚਾਰਨ ਦਾ ਬਹੁਤ ਡੂੰਘਾ ਸੰਬੰਧ ਆ, ਬਹੁਤ ਆਪਸ ਤੇ ਬਹੁਤ ਨਿਰਭਰ ਕਰਦੇ ਆ। ਕਿਵੇਂ ਕਰਦੇ ਆ? ਦੇਖੋ, ਜੇਕਰ ਸਾਨੂੰ ਅਸੀਂ ਸ਼ਬਦ ਸਹੀ ਲਿਖੇ ਹੋਏ ਆ ਤਾਂ ਅਸੀਂ ਉਚਾਰ ਸਹੀ ਸਕਦੇ ਹਾਂ। ਜੇਕਰ ਅਸੀਂ ਉਚਾਰ ਸਹੀ ਰਹੇ ਹਾਂ, ਠੀਕ ਹੈ, ਉਚਾਰਨ ਸਹੀ ਕਰ ਰਹੇ ਹਾਂ ਤਾਂ ਅਸੀਂ ਸ਼ਬਦ ਨੂੰ ਸਹੀ ਤਰ੍ਹਾਂ ਲਿਖ ਸਕਦੇ ਹਾਂ। ਇਸੇ ਤਰ੍ਹਾਂ ਸ਼ਬਦਾਂ ਤੇ ਉਚਾਰਨ ਦਾ ਆਪਸ ਦੇ ਵਿੱਚ ਬਹੁਤ ਡੂੰਘਾ ਸੰਬੰਧ ਆ, ਆਪਸ ਤੇ ਨਿਰਭਰ ਕਰਦੇ ਆ ਇਹ। ਹਾਂਜੀ, ਹੁਣ ਜਿਹੜੇ ਵੀ ਸਟੂਡੈਂਟ ਵੀਡੀਓ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਆ, ਫੋਰੈਸਟ ਗਾਰਡ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਆ, ਐਕਸਾਈਜ਼ ਅਤੇ ਟੈਕਸੇਸ਼ਨ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਤੇ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਸਰਵੇਅਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੇ ਸਿਲੇਬਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ। ਤੁਹਾਡੇ ਸਭ ਦੇ ਸਿਲੇਬਸ ਦੇ ਵਿੱਚ ਪੰਜਾਬੀ ਵਿਆਕਰਨ ਦਾ ਪਹਿਲਾ ਟੌਪਿਕ ਆ ਸ਼ੁੱਧ ਅਤੇ ਅਸ਼ੁੱਧ, ਜਿਸ ਦੇ ਵਿੱਚ ਤੁਹਾਨੂੰ ਸ਼ੁੱਧ ਅਤੇ ਸ਼ੁੱਧ ਸ਼ਬਦ ਵੀ ਆ ਸਕਦੇ ਆ, ਸ਼ੁੱਧ ਅਤੇ ਅਸ਼ੁੱਧ ਵਾਕ ਵੀ ਆ ਸਕਦੇ ਆ। ਤੇ ਅੱਜ ਜੋ ਅਸੀਂ ਨਿਯਮ ਕਰਨ ਜਾ ਰਹੇ ਹਾਂ ਇਸ ਦੇ ਲਈ ਤੁਹਾਨੂੰ ਚਾਹੇ ਸ਼ੁੱਧ ਅਸ਼ੁੱਧ ਵਾਕ ਆ ਜਾਣ ਜਾਂ ਫਿਰ ਸ਼ਬਦ ਆ ਜਾਣ, ਤੁਸੀਂ ਆਪਣੇ ਆਪ ਹੀ ਜੇਕਰ ਇਸ ਵੀਡੀਓ ਨੂੰ ਸਮਝ ਲੈਂਦੇ ਹੋ ਤਾਂ ਕੁਐਸਚਨ ਜਿਸ ਤਰ੍ਹਾਂ ਦਾ ਮਰਜ਼ੀ ਆ ਜਾਏ ਤੁਸੀਂ ਖੁਦ ਅਟੈਂਪਟ ਕਰੋਗੇ। ਠੀਕ ਹੈ ਜੀ, ਇਸ ਕਰਕੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਂਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਜਿਹੜੇ ਸ਼ਬਦ ਆ ਉਹ ਸਵਰ ਅਤੇ ਵਿਅੰਜਨਾਂ ਤੋਂ ਬਣਦੇ ਆ। ਸਭ ਤੋਂ ਪਹਿਲਾਂ ਸਵਰ ਕਿਹੜੇ ਹੁੰਦੇ ਆ? ਸਾਡੇ ਕੋਲ ਸਵਰ ਹੁੰਦੇ ਆ ਊੜਾ, ਆੜਾ, ਈੜੀ। ਠੀਕ ਹੈ, ਭਾਸ਼ਾ ਦੀ ਸਾਰਥਿਕ ਇਕਾਈ ਹੁੰਦੀ ਆ ਸ਼ਬਦ ਤੇ ਸ਼ਬਦ ਆ ਜਿਹੜੇ ਸਵਰ ਅਤੇ ਵਿਅੰਜਨਾਂ ਤੋਂ ਬਣਦੇ ਆ। ਠੀਕ ਹੈ, ਸਵਰ ਕਿਹੜੇ ਹੁੰਦੇ ਆ? ਸਵਰ ਤਿੰਨ ਹੁੰਦੇ ਆ ਪੰਜਾਬੀ ਦੇ ਵਿੱਚ, ਊੜਾ, ਆੜਾ, ਈੜੀ, ਤੇ ਇਹਨਾਂ ਨੂੰ ਇਹ ਵਾਲੀਆਂ ਲਗਾਂ ਲੱਗੀਆਂ ਹੁੰਦੀਆਂ ਵਾ। ਠੀਕ ਹੈ, ਇਹ ਵਾਲੀਆਂ ਮਾਤਰਾ ਲੱਗੀਆਂ ਹੁੰਦੀਆਂ ਵਾ, ਸੌਰੀ, ਤੇ ਇਹ ਵਾਲੀਆਂ ਮਾਤਰਾ ਲੱਗੀਆਂ ਹੁੰਦੀਆਂ ਵਾ। ਜੇਕਰ ਇਹਨਾਂ ਮਾਤਰਾ ਤੋਂ ਬਿਨਾਂ ਜੋ ਤੁਹਾਨੂੰ ਦਿਖ ਰਹੀਆਂ ਕੋਈ ਹੋਰ ਮਾਤਰਾ ਲੱਗੀ ਹੋਵੇ ਇਹਨਾਂ ਅੱਖਰਾਂ ਨੂੰ, ਇਹਨਾਂ ਸਵਰਾਂ ਨੂੰ, ਤਾਂ ਦੈਟ ਮੀਨਸ ਉਹ ਸ਼ਬਦ ਗਲਤ ਪਾਇਆ ਹੋਇਆ ਹੈ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਊੜਾ ਸਵਰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਊੜਾ ਸਵਰ ਦੀ। ਊੜੇ ਨੂੰ ਸਿਰਫ ਤਿੰਨ ਮਾਤਰਾ ਲੱਗਦੀਆਂ ਵਾ, ਊੜੇ ਔਂਕੜ, ਊੜੇ ਦਲੈਂਕੜ, ਊੜੇ ਹੋੜਾ। ਠੀਕ ਹੈ, ਇਹਨਾਂ ਤਿੰਨ ਮਾਤਰਾ ਤੋਂ ਇਲਾਵਾ ਜੇਕਰ ਊੜੇ ਨੂੰ ਕੋਈ ਹੋਰ ਮਾਤਰਾ ਲੱਗੀ ਹੋਵੇ ਤਾਂ ਦੈਟ ਮੀਨਸ ਉਹ ਜੋ ਸ਼ਬਦ ਲਿਖਿਆ ਗਿਆ ਵਾ ਉਹ ਕੀ ਹੋਵੇਗਾ? ਗਲਤ ਹੋਵੇਗਾ। ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆੜਾ। ਆੜੇ ਨੂੰ ਵੀ ਚਾਰ ਮਾਤਰਾ ਲੱਗਦੀਆਂ ਨੇ, ਪਹਿਲੀ ਮੁਕਤਾ, ਕੰਨਾ, ਦੁਲਾਮਾ ਤੇ ਆੜੇ ਕਨੌੜਾ। ਠੀਕ ਹੈ, ਜੇਕਰ ਇਹਨਾਂ ਤੋਂ ਇਲਾਵਾ ਕੋਈ ਹੋਰ ਆੜੇ ਨੂੰ ਮਾਤਰਾ ਲੱਗੀ ਹੋਵੇ ਤਾਂ ਦੈਟ ਮੀਨਸ ਉਹ ਸ਼ਬਦ ਗਲਤ ਪਾਇਆ ਹੋਇਆ ਹੈ, ਜਿੱਦਾਂ ਆੜੇ ਹੋੜਾ ਪਾਇਆ ਹੋਵੇ। ਠੀਕ ਹੈ, ਇਸ ਤਰ੍ਹਾਂ ਦੀਆਂ ਜੋ ਮਾਤਰਾਵਾਂ ਲੱਗੀਆਂ ਹੋਣ ਤਾਂ ਉਹ ਕੀ ਹੋਵੇਗਾ? ਗਲਤ ਸ਼ਬਦ ਹੋਵੇਗਾ, ਜਿਨ੍ਹਾਂ ਦੇ ਵਿੱਚ ਇਹਨਾਂ ਮਾਤਰਾ ਤੋਂ ਬਿਨਾਂ ਕੋਈ ਹੋਰ ਮਾਤਰਾ ਲੱਗੀ ਹੋਵੇ ਆੜੇ ਨੂੰ। ਸੇਮ ਇਸੇ ਤਰ੍ਹਾਂ ਈੜੀ ਨੂੰ ਈੜੀ ਵਿਹਾਰੀ ਤੇ ਈੜੀ ਸਿਹਾਰੀ। ਠੀਕ ਹੈ, ਈੜੀ ਵਿਹਾਰੀ ਤੇ ਈੜੀ ਸਿਹਾਰੀ ਮਾਤਰਾ ਲੱਗਦੀ ਆ ਤੇ ਜੇਕਰ ਇਹਨਾਂ ਤੋਂ ਬਿਨਾਂ ਕੋਈ ਹੋਰ ਮਾਤਰਾ ਲੱਗੀ ਹੋਵੇ ਤਾਂ ਦੈਟ ਮੀਨਸ ਉਹ ਤੁਹਾਡਾ ਸ਼ਬਦ ਗਲਤ ਹੋਵੇਗਾ। ਹਾਂਜੀ, ਹੁਣ ਅਸੀਂ ਗੱਲ ਕਰਦੇ ਹਾਂ ਲਗਾ ਅੱਖਰਾਂ ਦੀ ਵਰਤੋਂ ਦਾ ਗਿਆਨ। ਫਿਰ ਤੁਹਾਨੂੰ ਲਗਾ ਅੱਖਰਾਂ ਦੀ ਵਰਤੋਂ ਦਾ ਗਿਆਨ ਹੋਣਾ ਚਾਹੀਦਾ ਵਾ ਵੀ ਲਗਾ ਅੱਖਰ ਕਿਹੜੇ ਹੁੰਦੇ ਆ। ਲਗਾ ਅੱਖਰ ਤਿੰਨ ਹੁੰਦੇ ਆ, ਕਿਹੜੇ ਕਿਹੜੇ? ਬਿੰਦੀ, ਟਿੱਪੀ ਤੇ ਅੱਧਕ। ਬਿੰਦੀ ਤੇ ਟਿੱਪੀ, ਇਹ ਜਿਹੜੇ ਦੋ ਬਿੰਦੀ ਤੇ ਟਿੱਪੀ ਆ ਇਹ ਨਾਸਕੀ ਹੁੰਦੇ ਆ। ਨਾਸਕੀ ਮਤਲਬ ਜਿਨ੍ਹਾਂ ਨੂੰ ਉਚਾਰਨ ਸਮੇਂ ਆਵਾਜ਼ ਨੱਕ ਵਿੱਚੋਂ ਬਾਹਰ ਆਉਂਦੀ ਆ। ਠੀਕ ਹੈ, ਤੇ ਫਿਰ ਇਹ ਤੁਹਾਨੂੰ ਲਗਾ ਅੱਖਰਾਂ ਦੀ ਜਿਹੜੀ ਵਰਤੋਂ ਆ ਉਹ ਪਤਾ ਹੋਣਾ ਚਾਹੀਦਾ ਕਿ ਕਿੰਨਾ ਨਾਲ ਲੱਗਦੀ ਆ। ਦੇਖੋ, ਬਿੰਦੀ ਦੀ ਵਰਤੋਂ ਆ ਜਿਹੜੀ ਉਹ ਇੱਕ ਤਾਂ ਕੰਨੇ ਨਾਲ ਹੁੰਦੀ ਆ, ਇੱਕ ਵਿਹਾਰੀ ਨਾਲ ਹੁੰਦੀ ਆ, ਇੱਕ ਲਾਵਾਂ ਨਾਲ ਹੁੰਦੀ ਆ, ਦਲਾਵਾਂ ਨਾਲ ਹੁੰਦੀ ਆ, ਕਨੌੜੇ ਨਾਲ ਹੁੰਦੀ ਆ ਤੇ ਹੌੜੇ ਨਾਲ ਹੁੰਦੀ ਆ।
ठीक है। इस तो इलावा जेकर बिंदी की वरतों सिहारी नाल कीती होवे जां औंकड़ नाल कीती होवे जां दलैंकड़ नाल कीती होवे तां दैट मीनस वो तुहाडा शब्द गलत होवेगा। ठीक है। सेम इसी तरह टिप्पी, टिप्पी की वरतों मुक्ता नाल हुंदी आ, विहारी नाल सॉरी सिहारी नाल हुंदी आ, औंकड़ नाल हुंदी आ, दलैंकड़ नाल हुंदी आ। ते इन्हां तो इलावा जेकर इस दी वरतों किसी होर शब्द नाल कीती जांदी आ, होर मात्रा नाल कीती जांदी है टिप्पी दी वरतों, तां इस दा मतलब तुहाडा जो शब्द है वो गलत होवेगा। ठीक है। ये कुछ रूल आ जिहड़े तुसीं करने होणगे। जेकर इत्थे तक वीडियो चंगी लगी है तां प्लीज़ वीडियो नूं लाइक ते शेयर जरूर कर देना। अगे असीं गल करदे हां अद्धक दी। अद्धक असीं उदों लाउने आ, मैं तुहानूं कल भी दस्सिया सी कि जदों असीं किसी शब्द नूं दुगना करना होवे, दुगना करना मतलब जिहनूं बोलण लगे ज़्यादा जोर लगदा, हेक लगदी आ, जां फिर दुगना करना होवे, दुगना करके बोलदे जिवें एक एक दे उपर अद्धक पिया हुंदा ना, किन्ना मतलब कि जोर जा लग रिहा वा ओनूं बोलण ते, तां उस तरह दे शब्द दे उपर अद्धक लगदा। ते अद्धक लगदा किहदे नाल आ? ईड़ी सिहारी ते औंकड़ लगा मात्रा दे नाल, ईड़ी सिहारी अते औंकड़ मात्रा दे नाल। इन्हां तो बिना जे किसी होर मात्रा दे नाल अद्धक लग्या तां इहदा मतलब तुहाडा शब्द गलत है। ठीक है। हुण चाहे तुहानूं वाक आ जावे, चाहे शब्द आ जाण शुद्ध ते अशुद्ध वाले, तां तुसीं अपने आप करोगे ते आ अगे तो तुहानूं कंसैप्ट बहुत ज़्यादा वैसे आउंदे ही होणगे, जिहड़े कंसैप्ट शब्दां दे लई भी आ ते वैसे वाकां दे लई भी आ, पर इत्थों तक समझना तुहानूं बहुत जरूरी सी। हाँ जी, हुण असीं करदे हां अगे हाहे दी वरतों दे निज़म करन लगे हां असीं। हाहे दी वरतों दे निज़म, हाहे दी वरतों दे निज़म तो पहलां सब तो पहलां तुहानूं ये पता होना चाहिए कि हाहे हाहे दे नाल जो भी मैं बोलण जा रही हां ये तुहानूं तुहाडे लई बहुत ज़्यादा इंपॉर्टेंट आ। ठीक है। हाहे दी वरतों दे निज़म की आ? जदों भी हाहे तो पहलां लावां दी आवाज़ आउंदी आ, ठीक है, ला दी आवाज़ आउंदी आ, ला दी आवाज़ आउंदी आ हाहे तो पहलां, किवें जिवें से, सेहत, ठीक है, से मतलब ला दी आवाज़ आउंदी आ हाहे तो पहलां आ रही है ना ला दी आवाज़, तां उत्थे असीं शुद्ध पंजाबी दे विच सिहारी यूज़ करदे हां। की यूज़ करदे हां? सिहारी, सिहारी यूज़ करदे हां, मतलब असीं सेहत नूं की लिखांगे? सेहत। जदों भी मतलब कि आ कि हाहे तो पहलां जो हाहे तो पहलां लिखिया गया शब्द आ ओहदे नाल लावां दी आवाज़ आउंदी आ तां असीं की लाउणा वा? सिहारी लाउणी आ। ठीक है। ये तुसीं याद रखना। जिवें सेहत तो बिना होर तो कोई वर्ड लेनी है, मैं एग्जांपल होर तुहानूं लेके समझा दिंदी आ। केहा, केहा, देखो हुण भी की आ हाहे तो पहलां लावां दी आवाज़ आ रही है, ला दी आवाज़ आ रही है, मतलब की आ इत्थे तुसीं की पा देना शुद्ध करके लिखण दे लई कक्के सिहारी पा देना। ठीक है जी। हाँ जी, उम्मीद करती हैं कि समझ आ रही होगी। जेकर वीडियो चंगी लग रही है तो प्लीज़ वीडियो नूं लाइक अते शेयर जरूर कर देना। अगे असीं करदे हां हाँ जी, नैक्सट दे विच तुसीं ध्यान रखना स्टैप नंबर 4, जदों भी हाहे तो पहले अखर ते दुलावां दी आवाज़ आउंदी आ तां उस टाइम तुसीं हाहे नूं सिहारी लगाउणी आ। ध्यान दो मैं की बोल रही हां, हाहे नूं सिहारी लगाउणी आ। ठीक है। हाहे नूं जदों भी अखर तो सॉरी जदों भी पहले अखर ते दुलावां दी आवाज़ आउंदी आ, जिवें सहर, दुलावां दी आवाज़ आ रही है ना, सहर, हाहे तो पहले अखर ते दुलावां दी आवाज़ आउंदी आ तां हाहे नूं सिहारी लगाउणी आ। हाहे नूं सिहारी लगाउण दे लई तुसीं की लिखोगे? इहनूं सही करके लिख दोगे सहर। सेम इदां ही तुसीं लिखोगे पहर, आ शुद्ध शब्द आ पहर। जदों भी हाहे तो पहलां वाले शब्द ते दुलावां दी आवाज़ आ रही आ तां तुसीं हाहे नूं सिहारी पा देनी आ। सेम इदां ही असीं गल करिए सुनहरी, किहदी? सुनहरी, सुनहरी देखो इस तरह ही लिखिया जांदा ना अशुद्ध दे विच, ते जेकर असीं शुद्ध च लिखना होवे तां असीं की करांगे? सुनहरी। ये तां साडा रही सही होवेगा। ठीक है जी। अगे असीं गल करदे हां साडे कोल निज़म आ, निज़म नंबर 5, जे हाहे तो पहले अखर नूं हौड़े दी आवाज़ आउंदी आ तां हौड़े दी जगह दी वरतों ते तुसीं उस समय औंकड़ लाउणा वा। ठीक है। जेड़े अखर ते हौड़ा लग्या होया वा, जिवें सोहना, ठीक है, इहदे ते हौड़ा लग्या वा, तुसीं उसे अखर नालों हौड़ा हटाउणा, उत्थे औंकड़ ला के उहनूं लिख देना। ठीक है। जिवें फॉर एग्जांपल मोहरे, मोहरे,
ਤਾਂ ਤੁਸੀਂ ਕੀ ਲਿਖੋਗੇ ਮੂਹਰੇ। ਜਦੋਂ ਵੀ ਹਾਹੇ ਤੋਂ ਪਹਿਲੇ ਅੱਖਰ ਤੇ ਹੋੜਾ ਲੱਗਿਆ ਹੋਵੇ ਤਾਂ ਤੁਸੀਂ ਹੋੜਾ ਹਟਾ ਕੇ ਉਸ ਅੱਖਰ ਦੇ ਹੇਠਾਂ ਔਂਕੜ ਲਗਾ ਦੇਣਾ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਹਾਂਜੀ, ਹੁਣ ਜੇਕਰ ਅਸੀਂ ਗੱਲ ਕਰੀਏ ਜੇ ਹਾਹੇ ਤੋਂ ਪਹਿਲਾਂ ਅੱਖਰ ਤੇ ਕਨੌੜੇ ਦੀ ਆਵਾਜ਼ ਆਉਂਦੀ ਹੋਵੇ ਤਾਂ ਕਨੌੜੇ ਦੀ ਜਗ੍ਹਾ ਤੇ ਵੀ ਤੁਸੀਂ ਔਂਕੜ ਹੀ ਲਗਾਉਣਾ ਹੈ। ਧਿਆਨ ਦਿਓ, ਜੇਕਰ ਹਾਹੇ ਤੋਂ ਪਹਿਲੇ ਅੱਖਰ ਤੇ ਕਨੌੜੇ ਦੀ ਆਵਾਜ਼ ਆਉਂਦੀ ਆ ਤਾਂ ਕਨੌੜੇ ਦੀ ਜਗ੍ਹਾ ਤੇ ਤੁਸੀਂ ਕੀ ਲਗਾਉਣਾ ਹੈ? ਔਂਕੜ ਲਗਾਉਣਾ ਹੈ। ਫॉर एग्जांपल ਜਿਸ ਤਰ੍ਹਾਂ ਅਸੀਂ ਲਿਖਦੇ ਹਾਂ ਬਹੁਤ, ਠੀਕ ਹੈ, ਬਹੁਤ, ਤਾਂ ਤੁਸੀਂ ਕੀ ਕਰੋਗੇ? ਬਹੁਤ ਇਸ ਤਰ੍ਹਾਂ ਲਿਖੋਗੇ। फॉर एग्जांपल ਤੁਸੀਂ ਲਿਖਦੇ ਹੋ ਵਹੁਟੀ ਤਾਂ ਤੁਸੀਂ ਕੀ ਲਿਖੋਗੇ? ਵਹੁਟੀ। ਠੀਕ ਹੈ, ਇਸ ਤਰ੍ਹਾਂ ਇਹਨਾਂ ਵਰਡ ਤੇ ਤੁਸੀਂ ਧਿਆਨ ਦੇਣਾ। फॉर एग्जांपल ਤੁਸੀਂ ਲਿਖਦੇ ਹੋ ਸੋਹਰਾ, ਸੋਹਰਾ ਤਾਂ ਤੁਸੀਂ ਕੀ ਲਿਖੋਗੇ? ਸੋਹਰਾ। ਇਸ ਗੱਲ ਤੇ ਧਿਆਨ ਦਿਓ, ਜੇ ਹਾਹੇ ਤੋਂ ਪਹਿਲਾਂ ਵਾਲੇ ਅੱਖਰ ਤੇ ਕਨੌੜੇ ਦੀ ਆਵਾਜ਼ ਆ ਰਹੀ ਆ ਤਾਂ ਕਨੌੜੇ ਦੀ ਜਗ੍ਹਾ ਤੇ ਤੁਸੀਂ ਕੀ ਕਰ ਦੇਣਾ ਵਾ? ਹਾਹੇ ਦੇ ਹੇਠਾਂ ਔਂਕੜ ਲਗਾ ਦੇਣਾ ਹੈ। ਠੀਕ ਹੈ, ਹਾਂਜੀ, ਹੁਣ ਅਸੀਂ ਕਰਦੇ ਹਾਂ ਕੁਝ ਹੋਰ ਨਿਯਮ ਜਿਹੜੇ ਕਿ ਇਸ ਦੇ ਨਾਲ ਹੀ ਰਿਲੇਟਡ ਆ ਤੇ ਤੁਸੀਂ ਯਾਦ ਰੱਖਣੇ ਹੋਣਗੇ। ਜੇਕਰ ਇੱਥੇ ਤੱਕ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ, ਅੱਗੇ ਅਸੀਂ ਗੱਲ ਕਰਦੇ ਹਾਂ ਸਟੈਪ ਨੰਬਰ 7 ਨਿਯਮ। ਅੱਗੇ ਸਾਡਾ 7ਵਾਂ ਨਿਯਮ ਆ ਨਾਣਾ ਤੇ ਨੰਨੇ ਦੀ ਵਰਤੋਂ। ਨਾਣਾ ਤੇ ਨੰਨੇ ਦੀ ਵਰਤੋਂ ਕਿੱਥੇ ਹੁੰਦੀ ਹੈ ਇਸ ਗੱਲ ਦਾ ਵੀ ਅਸੀਂ ਧਿਆਨ ਰੱਖਣਾ ਵਾ। ਠੀਕ ਹੈ, ਇਸ ਤਰ੍ਹਾਂ ਦੇ ਕੁਐਸਚਨਸ ਜ਼ਿਆਦਾ ਪੁੱਛੇ ਜਾਂਦੇ ਆ। ਜਦੋਂ ਵੀ ਰਾਰਾ ਡਾੜਾ ਤੇ ਨਾਣਾ ਹੋਵੇ, ਰਾਰਾ ਡਾੜਾ ਤੇ ਨਾਣੇ ਤੋਂ ਬਾਅਦ ਹਮੇਸ਼ਾ ਨੰਨੇ ਦੀ ਵਰਤੋਂ ਹੁੰਦੀ ਹੈ। ਠੀਕ ਹੈ, ਨੰਨਾ ਲੱਗਦਾ। ਫॉर एग्जांपल ਚੜਨਾ, ਠੀਕ ਹੈ, ਚੜਨਾ। ਠੀਕ ਹੈ ਜੀ, ਰਾਰਾ ਡਾੜਾ ਡਾੜਾ ਤੇ ਨਾਣਾ, ਰਾਰਾ ਡਾੜਾ ਤੇ ਨਾਣੇ ਤੋਂ ਬਾਅਦ ਹਮੇਸ਼ਾ ਹੀ ਨੰਨਾ ਲੱਗਣਾ ਵਾ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਜਿੱਥੇ ਕਿਰਿਆਵਾਂ ਹੋਣ, ਕਿਰਿਆਵਾਂ ਮਤਲਬ ਖਾਣਾ, ਪੀਣਾ, ਰਹਿਣਾ, ਬਹਿਣਾ, ਜਿੱਥੇ ਕਿਰਿਆਵਾਂ ਹੋਣ ਉੱਥੇ ਹਮੇਸ਼ਾ ਹੀ ਨਾਣਾ ਯੂਜ਼ ਹੁੰਦਾ। ਠੀਕ ਹੈ, ਖਾਣਾ ਪੀਣਾ, ਸੌਰੀ ਇੱਥੇ ਖਾਣਾ ਪਾਉਣਾ ਸੀਗਾ, 2 ਵਾਰ ਪੀਣਾ ਪਾਤਾ। ਠੀਕ ਹੈ ਜੀ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਾਂਜੀ, ਅੱਗੇ ਅਸੀਂ ਨੈਕਸਟ ਸਟੈਪ ਕਰਦੇ ਹਾਂ। ਕਈ ਵਾਰ ਸ਼ਬਦਾਂ ਦੇ ਵਿੱਚ ਕੰਨਾ ਪਲੱਸ ਈੜੀ ਸਿਹਾਰੀ ਦੀ ਥਾਂ ਤੇ ਤੁਸੀਂ ਦੁਲਾਮਾ ਲੱਗਿਆ ਦੇਖਿਆ ਹੋਣਾ। ਫॉर एग्जांपल ਜਿੱਦਾਂ ਫਾਇਦਾ, ਠੀਕ ਆ, ਤਾਂ ਇਹ ਸ਼ਬਦ ਆ ਜਿਹੜਾ ਹਮੇਸ਼ਾ ਗਲਤ ਆ। ਫਾਇਦਾ ਕਦੇ ਵੀ ਇਦਾਂ ਨਹੀਂ ਪੈਂਦਾ। ਇਸ ਤਰ੍ਹਾਂ ਤਾਂ ਚਲੋ ਬੋਲ ਦਿੰਦੇ ਕਈ ਲੋਕ, ਪਰ ਫਾਇਦਾ ਇਦਾਂ ਨਹੀਂ ਪੈਂਦਾ। ਇਹਦੇ ਵਿੱਚ ਪੰਜਾਬੀ ਦਾ ਸ਼ੁੱਧ ਉਚਾਰਨ ਆ ਫਾਇਦਾ। ਠੀਕ ਹੈ ਜੀ, ਇਸ ਗੱਲ ਦਾ ਧਿਆਨ ਰੱਖਣਾ। ਫॉर एग्जांपल ਇੱਥੇ ਹੋਰ ਐਗਜ਼ਾਮਪਲ ਲੈਂਦੇ ਆ ਅਸੀਂ, ਜਿਵੇਂ ਨੈਬ। ਠੀਕ ਹੈ ਜੀ, ਕਿਹੜੀ ਐਗਜ਼ਾਮਪਲ ਲੈਂਦੇ ਆ? ਨੈਬ, ਨੈਬ। ਤਾਂ ਨੈਬ ਨੂੰ ਅਸੀਂ ਕਿੱਦਾਂ ਲਿਖਾਂਗੇ? ਨਾਇਬ। ਇਸ ਗੱਲ ਦਾ ਵੀ ਧਿਆਨ ਰੱਖਣਾ। ਹਾਂਜੀ, ਨੈਕਸਟ ਦੇਖੋ, ਪੰਜਾਬੀ ਵਿੱਚ ਹਿੰਦੀ ਵਾਂਗ 2 ਸਵਰ ਇਕੱਠੇ ਨਹੀਂ ਲੱਗਦੇ। ਪੰਜਾਬੀ ਦੇ ਵਿੱਚ ਹਿੰਦੀ ਵਾਂਗ 2 ਸਵਰ ਇਕੱਠੇ ਨਹੀਂ ਲੱਗਦੇ। ਉਹ ਦੇਖੋ ਕਿਸ ਤਰ੍ਹਾਂ, ਜਿਵੇਂ ਹਿੰਦੀ ਦੇ ਵਿੱਚ ਕੀ ਲਿਖਦੇ ਆ? ਆਵਾਜ਼, ਪਰ ਅਸੀਂ ਪੰਜਾਬੀ ਦੇ ਵਿੱਚ ਕੀ ਬੋਲਦੇ ਆ? ਆਵਾਜ਼। ਜਿਵੇਂ ਆਕਾਸ਼, ਹਿੰਦੀ ਵਾਲੇ ਕੀ ਬੋਲਦੇ ਆ? ਆਕਾਸ਼। ਅਸੀਂ ਪੰਜਾਬੀ 'ਚ ਕੀ ਲਿਖਦੇ ਆ? ਆਕਾਸ਼। ਠੀਕ ਹੈ, ਇਸ ਗੱਲ ਦਾ ਧਿਆਨ ਦੇਣਾ। ਤੇ ਫਿਰ ਪਤਾਲ, ਹਿੰਦੀ ਵਾਲੇ ਲਿਖਦੇ ਆ ਪਤਾਲ, 2 ਸਵਰ ਯੂਜ਼ ਹੁੰਦੇ ਆ। ਤਾਂ ਇਹਦੇ ਵਿੱਚ ਕੀ ਆ? ਹਾਂਜੀ, ਇਹਦੇ ਵਿੱਚ ਕੀ ਆ? ਅਸੀਂ ਕੀ ਲਿਖਾਂਗੇ? ਪਤਾਲ। ਇਸ ਗੱਲ ਦਾ ਤੁਸੀਂ ਧਿਆਨ ਦੇਣਾ। ਹਾਂਜੀ, ਹੋਰ ਵੀ ਇਸ ਤਰ੍ਹਾਂ ਦੇ ਸ਼ਬਦ ਹੋਣਗੇ। ਫॉर एग्जांपल ਬਹੁਤ ਸਾਰੇ ਬਣਨਗੇ, ਤੁਸੀਂ ਆਪ ਵੀ ਦੇਖ ਸਕਦੇ ਹੋ। ਹਾਂਜੀ, ਨੈਕਸਟ ਅਸੀਂ ਦੇਖਦੇ ਹਾਂ ਹਿੰਦੀ ਅਤੇ ਸੰਸਕ੍ਰਿਤ ਵਾਂਗ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੇ ਅਖੀਰ ਵਾਲਾ ਜਈਆ ਨਹੀਂ ਹੋ ਸਕਦਾ। ਹਾਂਜੀ, ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਕਦੇ ਵੀ ਅਖੀਰ ਵਿੱਚ ਜਈਆ ਨਹੀਂ ਹੁੰਦਾ। ਫॉर एग्जांपल ਜਿਵੇਂ ਤੁਸੀਂ ਹਿੰਦੀ ਦੇ ਵਿੱਚ ਦੇਖਿਆ ਹੋਣਾ ਮੁੱਲਿਆ, ਪੰਜਾਬੀ 'ਚ ਕੀ ਅਸੀਂ ਲਿਖਦੇ ਹਾਂ? ਮੁੱਲ। ਫਿਰ ਤੁਸੀਂ ਹਿੰਦੀ ਦੇ ਵਿੱਚ ਇੱਕ ਦੇਖਿਆ ਹੋਣਾ ਵਾ ਗਿਆ, ਗਿਆ ਕਿੱਦਾਂ ਲਿਖਦੇ ਆ? ਯਈਏ ਨਾਲ, ਪਰ ਆਪਾਂ ਕਿੱਦਾਂ ਲਿਖਦੇ ਆ? ਗਿਆ। ਠੀਕ ਹੈ, ਇਸ ਗੱਲਾਂ ਤੇ ਧਿਆਨ ਦੇਣਾ ਤੁਸੀਂ। ਹੋਰ ਵੀ ਐਗਜ਼ਾਮਪਲ ਹੋ ਸਕਦੀਆਂ ਵਾ। ਇੱਕ ਤੁਸੀਂ ਦੇਖਣਾ ਹਿੰਦੀ ਤੇ ਸੰਸਕ੍ਰਿਤ ਦੇ ਵਿੱਚ ਨਾ ਉਹ ਵਾਵਾ ਲਗਾਉਂਦੇ ਆ, ਆਪਾਂ ਉਹਨਾਂ ਸ਼ਬਦਾਂ ਦੀ ਜਗ੍ਹਾ ਤੇ ਲਗਾਉਂਦੇ ਆ ਮੈਂ ਇੱਥੇ ਤੁਹਾਨੂੰ ਦੱਸ ਦਿੰਦੀ ਆ ਲਿਖ ਕੇ, ਆੜਾ। ਜਿਵੇਂ ਸਵਾਮੀ, ਸੁਆਮੀ, ਆਪਾਂ ਲਿਖਦੇ ਆ ਸੁਆਮੀ ਪੰਜਾਬੀ ਦੇ ਵਿੱਚ। ਠੀਕ ਹੈ, ਫਿਰ ਸਵਾਗਤ, ਆਪਾਂ ਲਿਖਦੇ ਆ ਸਵਾਗਤ। ਇਸ ਗੱਲ ਦਾ ਵੀ ਧਿਆਨ ਰੱਖਣਾ। ਠੀਕ ਹੈ, ਇਸ ਤਰ੍ਹਾਂ ਦੇ ਕੁਝ ਸ਼ਬਦ ਆ। ਜਿਵੇਂ ਹੋਰ ਵੀ ਹੋਣਗੇ ਵਾਵੇ ਵਾਲੇ। ਫॉर एग्जांपल
ਆ ਨਹੀਂ ਰਹੀ ਇੰਨੀ ਜਲਦੀ ਦਿਮਾਗ ਦੇ ਵਿੱਚ, ਤੁਸੀਂ ਆਪ ਨੋਟ ਕਰ ਲੈਣਾ। ਤੇ ਹਾਂਜੀ, ਉਮੀਦ ਕਰਦੇ ਹਾਂ ਕਿ ਇੱਥੇ ਤੁਹਾਨੂੰ ਸਮਝ ਆ ਗਿਆ ਹੋਊਗਾ। ਇਹਨਾਂ ਦੋ ਤੋਂ ਹੋਰ ਦੀ ਕੋਈ ਲੋੜ ਨਹੀਂ ਐਗਜ਼ਾਮਪਲ ਦੀ। ਅੱਗੇ ਅਸੀਂ ਕਰਦੇ ਹਾਂ ਇਸ ਵੀਡੀਓ ਦਾ ਲਾਸਟ ਰੂਲ। ਇਸੇ ਤਰ੍ਹਾਂ ਜੁੜੇ ਰਹਿਣਾ। ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਂਜੀ, ਨੈਕਸਟ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦਾ ਲਾਸਟ ਨਿਯਮ ਆ। ਜਦੋਂ ਵੀ ਸਾਡੇ ਕੋਲ ਉਪਭਾਸ਼ਾਵਾਂ ਦੇ ਸ਼ਬਦਾਂ ਨੂੰ ਬੋਲਣ ਵਾਂਗ ਹੀ ਅਸੀਂ ਲਿਖ ਦਿੰਨੇ ਆ। ਕਿਸੇ ਭਾਸ਼ਾ ਨੂੰ ਜਿਵੇਂ ਅਸੀਂ ਬੋਲਣ ਦੇ ਵਾਂਗ ਹੀ, ਕਿਸੇ ਕੋਈ ਸ਼ਬਦ ਇੱਦਾਂ ਦੇ ਹੁੰਦੇ ਆ ਜਿਵੇਂ ਅਸੀਂ ਜਿਨ੍ਹਾਂ ਦਾ ਉਚਾਰਨ ਕਰਦੇ ਆ ਉਸੇ ਤਰ੍ਹਾਂ ਲਿਖ ਦਿੰਨੇ ਆ। ਟਕਸਾਲੀ ਉਪਭਾਸ਼ਾਵਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ, ਉਪਭਾਸ਼ਾਵਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਜਿਵੇਂ ਅਸੀਂ ਸ਼ਬਦ ਬੋਲਦੇ ਆ ਉਸੇ ਤਰ੍ਹਾਂ ਲਿਖ ਦਿੰਨੇ ਆ। ਜਿਵੇਂ ਮਲਵਈ ਦੇ ਵਿੱਚ ਬੋਲਦੇ ਆ ਆਪਾਂ ਵਹੁਟੀ, ਜੇਕਰ ਆਪਾਂ ਇਹਨੂੰ ਵਹੁਟੀ ਹੀ ਲਿਖ ਦਈਏ ਤਾਂ ਪੰਜਾਬੀ ਦੇ ਟਕਸਾਲੀ ਰੂਪ ਦੇ ਅਕੋਰਡਿੰਗ ਇਹ ਗਲਤ ਆ। ਜੇਕਰ ਅਸੀਂ ਵੀਰ ਲਿਖ ਦਈਏ ਤਾਂ ਇਹ ਵੀ ਗਲਤ ਆ। ਇਹਦਾ ਸ਼ੁੱਧ ਉਚਾਰਨ ਕੀ ਹੋਊਗਾ? ਵਹੁਟੀ। ਠੀਕ ਹੈ, ਇਸ ਦਾ ਸ਼ੁੱਧ ਕੀ ਹੋਊਗਾ? ਵੀਰ, ਸ਼ੁੱਧ ਸ਼ਬਦ। ਫਿਰ ਇਸੇ ਤਰ੍ਹਾਂ ਹੋਰ ਵੀ ਸ਼ਬਦ ਆਉਂਦੇ ਆ, ਜਿਵੇਂ ਕਿਵੇਂ ਬੋਲਦੇ ਆ, ਕਿਵੇਂ। ਠੀਕ ਹੈ, ਕਿਵੇਂ ਨੂੰ ਜੇ ਅਸੀਂ ਕਿਵੇਂ ਲਿਖ ਦਈਏ ਤਾਂ ਇਹ ਗਲਤ ਆ। ਕੀ ਹੁੰਦਾ ਵਾ? ਕਿਵੇਂ ਹੁੰਦਾ। ਸੇਮ ਇਸ ਤਰ੍ਹਾਂ ਤਿਵੇਂ, ਤਾਂ ਇਹ ਵੀ ਗਲਤ ਆ। ਕਿਵੇਂ ਹੁੰਦਾ? ਤਿਵੇਂ ਹੁੰਦਾ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਾਂਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੇ ਜਿਹੜੇ ਵੀ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ, ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਮੇਰੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਤੇ ਔਨ ਕਰ ਲਵੋ, ਤਾਂ ਜੋ ਮੇਰੀ ਅੱਗੇ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ। ਤੇ ਜਿਹੜੇ ਵੀ ਸਟੂਡੈਂਟ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹਨਾਂ ਨਾਲ ਮੇਰਾ ਚੈਨਲ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।